किताब तूफाना दा शाह असवार शहीद करतार सिंह सराभा। लेखक सरदार अजमेर सिंह। भाग 35वां। आवाज भाई गुरजंट सिंह रूपोवाली। अदालत दा फैसला ते शेरां दी गरज। चोर दरवाज़ा। पुरातन सिखां वाली सपेट। सराभे दी जिंदा दिली। दादा जी नाल मुलाकात। जेलों भज्जण दी कोशिश ਅਤੇ ਜੱਜ ਦੀਆਂ ਨਜ਼ਰਾਂ ਵਿੱਚ ਸਰਾਭਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਦਾਲਤ ਦਾ ਫੈਸਲਾ ਤੇ ਸ਼ੇਰਾਂ ਦੀ ਗਰਜ। 4 ਮਹੀਨਿਆਂ ਦੀ ਕਾਨੂੰਨੀ ਕਵਾਇਦ ਤੋਂ ਬਾਅਦ 13 ਸਤੰਬਰ ਨੂੰ ਮੁਕੱਦਮੇ ਦਾ ਫੈਸਲਾ ਸੁਣਾਇਆ ਗਿਆ। ਬਾਬਾ ਸੋਹਣ ਸਿੰਘ ਭਕਨਾ ਨੇ ਉਸ ਦਿਨ ਦਾ ਦ੍ਰਿਸ਼ ਇਸ ਤਰ੍ਹਾਂ ਬਿਆਨ ਕੀਤਾ ਹੈ। 13 ਸਤੰਬਰ 1915 ਸਾਡੇ ਫੈਸਲੇ ਦਾ ਆਖਰੀ ਦਿਨ ਸੀ। ਉਸ ਦਿਨ ਬਹੁਤ ਸਾਰੀ ਪੁਲਿਸ ਤਲਵਾਰਾਂ ਬੰਨੀ ਜੇਲ੍ਹ ਵਿੱਚ ਆ ਵੜੀ। ਸਾਨੂੰ ਇਹ ਵੀ ਪਤਾ ਲੱਗਾ ਕਿ ਜੇਲ੍ਹ ਤੋਂ ਬਾਹਰ ਸੜਕ ਦੇ ਦੋਹੀਂ ਪਾਸੀਂ ਦੂਰ ਤੱਕ ਪੁਲਿਸ ਦਾ ਕਰੜਾ ਪਹਿਰਾ ਲਾਇਆ ਗਿਆ ਸੀ। ਪੁਲਿਸ ਤੋਂ ਬਿਨਾਂ ਜੇਲ੍ਹ ਦੁਆਲੇ ਮਦਰਾਸੀਆਂ ਦੀ ਇੱਕ ਪਲਟਣ ਮੁਕੱਦਮਾ ਸ਼ੁਰੂ ਹੋਣ ਵਾਲੇ ਦਿਨ ਤੋਂ ਹੀ ਛਾਉਣੀ ਪਾਈ ਬੈਠੀ ਸੀ। ਇਸ ਪੁਲਿਸ ਤੇ ਫੌਜ ਤੋਂ ਬਗੈਰ ਵੀ ਪੰਜਾਬ ਭਰ ਦੀਆਂ ਸਾਰੀਆਂ ਜੇਲ੍ਹਾਂ ਤੋਂ ਜੇਲ੍ਹ ਪੁਲਿਸ ਸੱਦੀ ਗਈ ਸੀ ਤਾਂ ਜੋ ਫਾਂਸੀ ਕੋਠੀਆਂ ਉੱਤੇ ਪਹਿਰੇ ਦਾ ਪੱਕਾ ਪ੍ਰਬੰਧ ਹੋ ਸਕੇ। ਅਸਾਂ ਸਾਰਿਆਂ ਨੂੰ ਕੋਠੜੀਆਂ ਦੇ ਅੰਦਰ ਹੀ ਹੱਥ ਘੜੀਆਂ ਜੜੀਆਂ ਗਈਆਂ ਤੇ ਬਾਹਰ ਲਿਆ ਕੇ ਸੁਸ਼ਤਰ ਹਥਿਆਰਬੰਦ ਪੁਲਿਸ ਦੇ ਪਹਿਰੇ ਹੇਠ ਅਦਾਲਤ ਲਾਗੇ ਇੱਕ ਮੈਦਾਨ ਵਿੱਚ ਸਭ ਨੂੰ ਇਕੱਠਾ ਕੀਤਾ ਗਿਆ। ਇਹ ਸਾਡਾ ਆਪਸ ਦਾ ਆਖਰੀ ਮਿਲਾਪ ਸੀ। ਆਖਰੀ ਦਰਸ਼ਨ ਸਮਝ ਕੇ ਅਸੀਂ ਇੱਕ ਦੂਜੇ ਨੂੰ ਗਲ ਲੱਗ ਕੇ ਮਿਲੇ ਤੇ ਇੱਕ ਦੂਜੇ ਕੋਲੋਂ ਵਿਦਾ ਮੰਗੀ। ਸਾਰੇ ਦੇਸ਼ ਭਗਤ ਪ੍ਰੇਮ ਪਰੂਤ ਨੈਣਾ ਨਾਲ ਇੱਕ ਦੂਜੇ ਵੱਲ ਤੱਕ ਰਹੇ ਸਨ। ਸਾਰਿਆਂ ਦੇ ਚਿਹਰੇ ਤੋਂ ਸ਼ਾਂਤੀ ਤੇ ਪਿਆਰ ਚੋ ਪੈਂਦਾ ਸੀ। ਇਸੇ ਦੇਸ਼ ਪ੍ਰੇਮ ਦੀ ਲਹਿਰ ਵਿੱਚ ਕਈ ਦੇਸ਼ ਭਗਤਾਂ ਨੇ ਕੌਮੀ ਗੀਤ ਗਾਉਣੇ ਸ਼ੋਅ ਦਿੱਤੇ ਜੋ ਪੁਲਿਸ ਨੂੰ ਬਹੁਤ ਚੁਭੇ। ਇਸ ਪੁਰ ਸਾਨੂੰ ਸਾਰਿਆਂ ਨੂੰ ਫੇਰ ਕੋਠੀਆਂ ਵਿੱਚ ਬੰਦ ਕਰ ਦਿੱਤਾ ਗਿਆ। ਮੁੜ 3 ਆਦਮੀ ਕੱਢ ਕੇ ਅਦਾਲਤ ਵਿੱਚ ਲੈ ਜਾਣ ਲੱਗੇ। 5 ਆਦਮੀਆਂ ਨੂੰ ਬਰੀ ਕਰਕੇ ਬਾਕੀਆਂ ਨੂੰ ਫਾਂਸੀ ਤੇ ਕਾਲੇ ਪਾਣੀ ਉਮਰ ਕੈਦ ਦੀਆਂ ਸਜ਼ਾਵਾਂ ਸੁਣਾਈਆਂ ਗਈਆਂ। ਨਾਲ ਹੀ ਜਾਇਦਾਦ ਜ਼ਬਤ। ਕੁਝ ਆਦਮੀਆਂ ਨੂੰ 10, 7, 3 ਤੇ 2 ਸਾਲ ਦੀਆਂ ਸਜ਼ਾਵਾਂ ਵੀ ਸੁਣਾਈਆਂ ਗਈਆਂ। ਸਾਡੇ ਵਿੱਚੋਂ ਕਈਆਂ ਨੇ ਫੈਸਲੇ ਦਾ ਹੁਕਮ ਸੁਣ ਕੇ ਕਈ ਤਰ੍ਹਾਂ ਦੇ ਰੀਮਾਰਕ ਬਚਨ ਵੀ ਕੀਤੇ ਜਿਨ੍ਹਾਂ ਤੋਂ ਉਹਨਾਂ ਦੀ ਮੌਤ ਤੋਂ ਨਿਰਭੈਤਾ ਤੇ ਲਾਪਰਵਾਹੀ ਪ੍ਰਗਟ ਹੁੰਦੀ ਸੀ। ਭਾਈ ਜਵਾਲਾ ਸਿੰਘ ਠੱਠੀਆਂ ਨੂੰ ਜਦੋਂ ਉਮਰ ਕੈਦ ਕਾਲੇ ਪਾਣੀ ਦੀ ਸਜ਼ਾ ਸੁਣਾਈ ਤਾਂ ਆਪ ਨੇ ਅਦਾਲਤ ਨੂੰ ਆਖਿਆ, ਮੈਂ ਕੈਦ ਨਹੀਂ ਫਾਂਸੀ ਮੰਗਦਾ ਹਾਂ। ਉੱਤਰ ਮਿਲਿਆ, ਇਸ ਦੇ ਵਾਸਤੇ ਅਪੀਲ ਕਰੋ। ਕਰਤਾਰ ਸਿੰਘ ਨੂੰ ਜਦੋਂ ਫਾਂਸੀ ਦੀ ਸਜ਼ਾ ਸੁਣਾਈ ਗਈ ਤਾਂ ਉਸ ਨੇ ਹੱਸ ਕੇ ਆਖਿਆ, ਥੈਂਕ ਯੂ। ਇਸੇ ਤਰ੍ਹਾਂ ਜਦੋਂ ਭਾਈ ਨਿਧਾਨ ਸਿੰਘ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਤਾਂ ਆਪ ਨੇ ਕਿਹਾ, ਬਸ ਇੰਨਾ ਹੀ ਜ਼ੋਰ ਸੀ। ਭਾਈ ਰਣਧੀਰ ਸਿੰਘ ਜੀ ਦੇ ਸਾਥੀ ਗਿਆਨੀ ਨਾਹਰ ਸਿੰਘ ਨੇ ਵੀ ਲਿਖਿਆ ਹੈ ਕਿ ਫਾਂਸੀ ਦਾ ਹੁਕਮ ਸੁਣ ਕੇ ਭਾਈ ਕਰਤਾਰ ਸਿੰਘ ਸਰਾਭਾ ਨੇ ਜੱਜਾਂ ਦਾ ਧੰਨਵਾਦ ਕੀਤਾ ਅਤੇ ਜਾਇਦਾਦ ਜ਼ਬਤ ਕਰਨ ਦਾ ਹੁਕਮ ਸੁਣ ਕੇ ਕਿਹਾ, ਜੇ ਸਾਡੇ ਕੱਪੜੇ ਵੀ ਨਿਲਾਮ ਕੀਤੇ ਜਾਣ ਤਦ ਵੀ ਅੰਗਰੇਜ਼ਾਂ ਦਾ ਘਾਟਾ ਪੂਰਾ ਨਹੀਂ ਹੋਵੇਗਾ। ਮੈਂ ਮੁੜ ਪੈਦਾ ਹੋ ਕੇ ਹਿੰਦੁਸਤਾਨ ਦੀ ਆਜ਼ਾਦੀ ਲਈ ਕੰਮ ਕਰਾਂਗਾ। ਬਾਬਾ ਸੋਹਣ ਸਿੰਘ ਭਕਨਾ ਨੂੰ ਵੀ ਮੌਤ ਦੀ ਸਜ਼ਾ ਸੁਣਾਈ ਗਈ। ਬਾਬਾ ਜੀ ਲਿਖਦੇ ਹਨ, ਮੈਂ ਚੁੱਪਚਾਪ ਮੌਤ ਦਾ ਫਤਵਾ ਸੁਣਿਆ ਤੇ ਪੁਲਿਸ ਦੇ ਪਹਿਰੇ ਅੰਦਰ ਅਦਾਲਤ ਤੋਂ ਬਾਹਰ ਚਲਾ ਆਇਆ। ਉੱਥੇ ਮੈਨੂੰ ਜੇਲ੍ਹ ਪੁਲਿਸ ਦੇ ਹਵਾਲੇ ਕੀਤਾ ਗਿਆ ਜਿਸ ਨੇ ਇੱਕ ਨਿੱਕੇ ਜਿਹੇ ਬੂਹੇ ਥਾਣੀ ਲੰਘਾ ਕੇ ਮੈਨੂੰ 14 ਨੰਬਰ ਦੀਆਂ ਫਾਂਸੀ ਕੋਠੀਆਂ ਵਿੱਚ ਜਾ ਬੰਦ ਕੀਤਾ। ਜਿਨ੍ਹਾਂ ਦੇਸ਼ ਭਗਤਾਂ ਨੂੰ ਕੈਦ ਦੀ ਸਜ਼ਾ ਹੋਈ ਸੀ ਉਹਨਾਂ ਨੂੰ ਸਾਥੋਂ ਵੱਖਰੇ ਹੋਰ ਸਥਾਨ ਲਿਜਾਇਆ ਗਿਆ। ਇਸ ਤਰ੍ਹਾਂ 24 ਆਦਮੀ ਮੌਤ ਦੀ ਸਜ਼ਾ ਵਾਲੀ ਕੋਠੜੀਆਂ ਵਿੱਚ ਬੰਦ ਕੀਤੇ ਗਏ ਤੇ 26 ਨੂੰ ਉਮਰ ਕੈਦ ਵਾਲੇ ਕਾਲੇ ਪਾਣੀ ਅਰ ਜਾਇਦਾਦ ਜ਼ਬਤ ਦੀ ਸਜ਼ਾ ਹੋਈ। ਇਹਨਾਂ ਸਜ਼ਾਵਾਂ ਨੂੰ ਦੇਸ਼ ਭਗਤਾਂ ਨੇ ਐਨ ਸ਼ਾਂਤੀ ਨਾਲ ਤੇ ਖਿੜੇ ਮੱਥੇ ਸੁਣਿਆ। ਹਾਂ, ਜੇ ਕੁਝ ਦੁੱਖ ਹੋਇਆ ਤਾਂ ਉਹਨਾਂ ਦੇਸ਼ ਭਗਤਾਂ ਨੂੰ ਜੋ ਮੌਤ ਦੀ ਸਜ਼ਾ ਤੋਂ ਵਿਰਵੇ ਰਹਿ ਗਏ ਸਨ ਤੇ ਆਪਣੇ ਸਾਥੀਆਂ ਨਾਲ ਫਾਂਸੀ ਉੱਤੇ ਲਟਕਣਾ ਚਾਹੁੰਦੇ ਸਨ। ਨਹੀਂ ਤਾਂ ਜਿਨ੍ਹਾਂ ਨੂੰ ਮੌਤ ਦੀ ਸਜ਼ਾ ਮਿਲੀ ਸੀ ਉਹ ਇੰਨੇ ਖੁਸ਼ ਤੇ ਪ੍ਰਫੁੱਲਤ ਸਨ ਕਿ ਮੈਂ ਬਿਆਨ ਨਹੀਂ ਕਰ ਸਕਦਾ। ਜਦੋਂ ਕੋਠੀਆਂ ਵਿੱਚ ਬੰਦ ਹੋ ਜਾਣ ਪੁਰ ਅਸੀਂ ਇੱਕ ਦੂਜੇ ਨੂੰ ਆਵਾਜ਼ਾਂ ਮਾਰ-ਮਾਰ ਪੁੱਛਦੇ ਸਾਂ ਕਿ ਫਲਾਣਾ ਆਇਆ ਕਿ ਨਹੀਂ
ਤੇ ਮੌਤ ਨੂੰ ਟਿਚਰਾਂ ਕਰਦੇ ਸਾਂ ਤਾਂ ਸਾਡੇ ਰਾਖੇ ਸਿਪਾਹੀ ਅਚੰਭਤ ਹੋ ਰਹੇ ਸਨ ਤੇ ਹੈਰਾਨੀ ਨਾਲ ਸਾਡੇ ਮੂੰਹ ਵੱਲ ਵੇਖ ਰਹੇ ਸਨ। ਸਾਡੇ ਵਿੱਚੋਂ ਜਿਨ੍ਹਾਂ ਨੂੰ ਕੈਦ ਦੀ ਸਜ਼ਾ ਹੋਈ ਸੀ ਉਹਨਾਂ ਸਾਰਿਆਂ ਨੂੰ ਉਸੇ ਦਿਨ ਪੰਜਾਬ ਦੀਆਂ ਵੱਖੋ-ਵੱਖ ਜੇਲ੍ਹਾਂ ਨੂੰ ਟੋਰ ਦਿੱਤਾ ਗਿਆ ਸੀ। ਚੋਰ ਦਰਵਾਜ਼ਾ। ਉੱਪਰਲੀ ਟੂਕ ਵਿੱਚ ਬਾਬਾ ਭਕਨਾ ਜੀ ਨੇ ਜਿਸ ਨਿੱਕੇ ਜਿਹੇ ਬੂਹੇ ਦਾ ਜ਼ਿਕਰ ਕੀਤਾ ਹੈ ਉਹ ਫਾਂਸੀ ਵਾਲੇ ਕੈਦੀਆਂ ਨੂੰ ਕੋਠੀਆਂ ਵਿੱਚੋਂ ਕੱਢ ਕੇ ਫਾਂਸੀ ਘਰ ਲਿਜਾਣ ਲਈ ਵਿਸ਼ੇਸ਼ ਤੌਰ ਤੇ ਕੰਧ ਪਾੜ ਕੇ ਬਣਾਇਆ ਗਿਆ ਸੀ। ਕੈਦੀਆਂ ਨੇ ਇਸ ਦਾ ਨਾਂ ਚੋਰ ਦਰਵਾਜ਼ਾ ਰੱਖ ਦਿੱਤਾ ਸੀ। ਇਸ ਚੋਰ ਦਰਵਾਜ਼ੇ ਦਾ ਇਤਿਹਾਸ ਬਹੁਤ ਭਾਵਪੂਰਤ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਇਹ ਇਤਿਹਾਸ ਇੰਜ ਬਿਆਨ ਕੀਤਾ ਹੈ। ਜਿਸ ਛੋਟੇ ਬੂਹੇ ਥਾਣੀ ਸਾਨੂੰ 14 ਨੰਬਰ ਦੀਆਂ ਫਾਂਸੀ ਕੋਠੀਆਂ ਵਿੱਚ ਪਹੁੰਚਾਇਆ ਗਿਆ, ਇਹ ਬੂਹਾ ਸਾਡੇ ਮੁਕੱਦਮੇ ਤੋਂ ਪਹਿਲਾਂ ਇੱਥੇ ਨਹੀਂ ਸੀ। ਪਹਿਲਾਂ ਫਾਂਸੀਪੁਰ ਲੈ ਜਾਣ ਸਮੇਂ ਕੈਦੀ ਨੂੰ ਇਹਾਤੇ ਵਿੱਚ ਨੂੰ ਲੰਘਾ ਕੇ ਜਾਣਾ ਪੈਂਦਾ ਸੀ। ਜਦੋਂ ਭਾਈ ਬਲਵੰਤ ਸਿੰਘ ਸੰਘਵਾਲ, ਪੰਡਤ ਕਾਂਸ਼ੀ ਰਾਮ ਤੇ ਭਾਈ ਅਰਜਨ ਸਿੰਘ ਹੋਰੀ ਫਾਂਸੀ ਲੱਗੇ ਤਾਂ ਇਹ ਦੇਸ਼ ਭਗਤ ਫਾਂਸੀ ਨੂੰ ਜਾਂਦੇ ਹੋਏ ਕੌਮੀ ਗੀਤ ਗਾਉਂਦੇ ਖੂਬ ਮੌਜ ਮੇਲਾ ਕਰਦੇ ਗਏ। ਭਾਈ ਅਰਜਨ ਸਿੰਘ ਨੇ ਤਾਂ ਐਸਾ ਦਰਦ ਭਰਿਆ ਕੌਮੀ ਗੀਤ ਗਾਇਆ ਜਿਸ ਨੂੰ ਸੁਣ ਕੇ ਕੈਦੀ ਤਾਂ ਕੀ ਸਿਪਾਹੀ ਵੀ ਆਪਣੇ ਹੰਝੂ ਨਾ ਠੱਲ ਸਕੇ। ਇਹ ਹਾਲਤ ਵੇਖ ਕੇ ਜੇਲ੍ਹ ਕਰਮਚਾਰੀਆਂ ਨੂੰ ਫਿਕਰ ਹੋਇਆ ਕਿ ਕਿਤੇ ਜੇਲ੍ਹ ਹੀ ਨਾ ਵਿਗੜ ਬੈਠੇ। ਇਸ ਦਾ ਸਿੱਟਾ ਇਹ ਹੋਇਆ ਕਿ 14 ਨੰਬਰ ਵਿੱਚ ਇਹ ਚੋਰ ਮੋਰੀ ਬਣਾਈ ਗਈ। ਇੱਥੋਂ ਫਾਂਸੀ ਬਹੁਤ ਨੇੜੇ ਸੀ। ਇਸ ਤਰ੍ਹਾਂ ਇਹਾਤੇ ਵਿੱਚ ਨੂੰ ਲੰਘ ਕੇ ਨਹੀਂ ਸੀ ਜਾਣਾ ਪੈਂਦਾ। ਨਾ ਹੀ ਫਾਂਸੀ ਵਾਲਿਆਂ ਦੀ ਆਵਾਜ਼ ਹੀ ਹੋਰਨਾਂ ਕੈਦੀਆਂ ਨੂੰ ਸੁਣ ਸਕਦੀ ਸੀ ਅਤੇ ਨਾ ਹੀ ਕੈਦੀ ਉਸ ਨੂੰ ਦੇਖ ਸਕਦੇ ਸਨ। ਨੋਟ: ਪੰਡਤ ਕਾਂਸ਼ੀ ਰਾਮ ਨੂੰ 27 ਮਾਰਚ 1915 ਨੂੰ, ਭਾਈ ਅਰਜਨ ਸਿੰਘ ਨੂੰ 20 ਅਪ੍ਰੈਲ 1915 ਤੇ ਭਾਈ ਬਲਵੰਤ ਸਿੰਘ ਨੂੰ 12 ਅਗਸਤ 1915 ਨੂੰ ਫਾਂਸੀ ਦਿੱਤੀ ਗਈ ਸੀ। 20 ਫਰਵਰੀ 1915 ਦੇ ਦਿਨ ਲਾਹੌਰ ਦੇ ਅਨਾਰਕਲੀ ਬਾਜ਼ਾਰ ਵਿੱਚ 2 ਪੁਲਿਸ ਅਫਸਰਾਂ ਨੂੰ ਆਪਣੀਆਂ ਗੋਲੀਆਂ ਨਾਲ ਫੁੰਡ ਦੇਣ ਵਾਲੇ ਗਦਰੀ ਸੂਰਮੇ ਭਾਈ ਅਰਜਨ ਸਿੰਘ ਖੁਖਰਾਣਾ ਨੇ ਫਾਂਸੀ ਘਰ ਨੂੰ ਜਾਣ ਸਮੇਂ ਜਿਹੜਾ ਦਰਦ ਭਰਿਆ ਕੌਮੀ ਗੀਤ ਗਾਇਆ ਸੀ ਉਸ ਦੀ ਕਰੁਣਾਮਈ ਵਿਥਿਆ ਭਾਈ ਬਤਨ ਸਿੰਘ ਕਾਰੀ ਸਾਰੀ ਵਾਲਿਆਂ, ਜਿਹੜੇ ਤੀਜੇ ਮੁਕੱਦਮੇ ਵਿੱਚ ਉਮਰ ਕੈਦ ਭੋਗ ਰਹੇ ਸਨ, ਨੇ ਮਿੰਟ ਗੁਮਰੀ ਜੇਲ੍ਹ ਅੰਦਰ ਗਿਆਨੀ ਹਰਭਜਨ ਸਿੰਘ ਚਮੰਡਾ ਨੂੰ ਸੁਣਾਈ ਸੀ। ਇਸ ਘਟਨਾ ਦਾ ਪੂਰਾ ਵੇਰਵਾ ਮਾਲਵਾ ਸਿੱਖ ਇਤਿਹਾਸ ਵਿੱਚ ਵੀ ਦਿੱਤਾ ਗਿਆ ਹੈ। ਦੋਵਾਂ ਥਾਵਾਂ ਤੇ ਦਰਜ ਵੇਰਵੇ ਦਾ ਜੁੜਵਾਂ ਵਿਸਥਾਰ ਇਸ ਪ੍ਰਕਾਰ ਹੈ। 20 ਅਪ੍ਰੈਲ 1915 ਨੂੰ ਭਾਈ ਅਰਜਨ ਸਿੰਘ ਨੂੰ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਾ ਕੇ ਕਾਲ ਕੋਠੀਆਂ ਵਿੱਚੋਂ ਕੱਢ ਕੇ ਫਾਂਸੀ ਦੇ ਤਖਤੇ ਵੱਲ ਲਿਜਾਇਆ ਜਾ ਰਿਹਾ ਸੀ ਤਾਂ ਉਹ ਜੇਲ੍ਹ ਦੇ ਸੇਨ ਭਾਵ ਇਹਾਤੇ ਵਿੱਚ ਲੰਘਣ ਵੇਲੇ ਜੇਲ੍ਹ ਵਿੱਚ ਪਿੱਛੇ ਰਹੇ ਆਪਣੇ ਸਾਥੀਆਂ ਨੂੰ ਸੰਬੋਧਨ ਕਰਕੇ ਪ੍ਰੇਮਮਈ ਲੋਰ ਵਿੱਚ ਗਾਉਣ ਲੱਗੇ। ਸੁਣਨਾ ਖਾਲਸਾ ਜੀ ਸਾਡੇ ਕੂਚ ਡੇਰੇ, ਅਸੀਂ ਆਖਰੀ ਫਤਿਹ ਬੁਲਾ ਚੱਲੇ। ਕੰਮ ਅਸਾਂ ਦੇ ਅੱਜ ਜੋ ਖਤਮ ਹੋ ਗਏ, ਕੰਮ ਤੁਸਾਂ ਦੇ ਸ਼ੁਰੂ ਕਰਵਾ ਚੱਲੇ। ਕੋਠੜੀਆਂ ਵਿੱਚ ਜੰਜੀਰਾਂ ਨਾਲ ਜਕੜੇ ਬੰਦ ਪਏ ਸੂਰਮਿਆਂ ਨੇ ਆਪਣੇ ਸ਼ਹੀਦ ਹੋਣ ਜਾ ਰਹੇ ਸਾਥੀ ਨੂੰ ਸਤਿ ਸ੍ਰੀ ਅਕਾਲ ਦੇ ਜਕਾਰਿਆਂ ਦੀ ਗੂੰਜ ਵਿੱਚ ਵਿਦਾ ਕਰਦਿਆਂ ਹੋਇਆਂ ਬੜੇ ਕਰੁਣਾ ਰਸ ਵਿੱਚ ਇਹ ਸ਼ਬਦ ਪੜ੍ਹਿਆ: ਸੱਚਖੰਡ ਜਾਣ ਵਾਲਿਆ, ਕਲਗੀ ਵਾਲੇ ਨੂੰ ਸਿਨੇਹੜਾ ਸਾਡਾ ਦੇਣਾ। ਅੱਗੋਂ ਜੋਸ਼ ਨਾਲ ਭਰੀ ਆਵਾਜ਼ ਆਈ, ਸਤਿਗੁਰੂ ਸੁੱਤਿਆਂ ਨੂੰ ਬਾਹੋਂ ਫੜ ਕੇ ਜਗਾ ਲੂ ਮੇਰੇ ਵੀਰ ਨੂੰ। ਪਾਠਕ ਇਸ ਤੋਂ ਆਪ ਅੰਦਾਜ਼ਾ ਲਾ ਸਕਦੇ ਹਨ ਕਿ ਉਹ ਸਮਾਂ ਕਿਤਨਾ ਦਿਲ ਟੁੰਬਵਾਂ ਤੇ ਵੈਰਾਗਮਈ ਹੋਵੇਗਾ। ਭਾਈ ਊਧਮ ਸਿੰਘ ਕਸੇਲ ਨੇ ਵੀ ਇਸ ਚੋਰ ਦਰਵਾਜ਼ੇ ਦੀ ਪੁਸ਼ਟੀ ਕਰਦਿਆਂ ਦੱਸਿਆ ਹੈ ਕਿ ਭਾਈ ਅਰਜਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਜੇਲ੍ਹ ਦੇ ਅਫਸਰਾਂ ਨੇ ਕੰਧ ਪਾੜ ਕੇ ਇੱਕ ਚੋਰ ਦਰਵਾਜ਼ਾ ਕੱਢਿਆ ਜਿਸ ਤੋਂ ਫਾਂਸੀ ਘਰ ਬਹੁਤ ਨੇੜੇ ਸੀ, ਤਾਂ ਜੋ ਜਾਮੇ ਸ਼ਹਾਦਤ ਪੀਣ ਜਾ ਰਹੇ ਸੂਰਬੀਰਾਂ ਦੇ ਵੈਰਾਗ ਤੇ ਜੋਸ਼ ਭਰੇ ਗੀਤ ਸੁਣ ਕੇ ਦੂਸਰੇ ਕੈਦੀ ਭੜਕ ਨਾ ਉੱਠਣ। ਪੁਰਾਤਨ ਸਿੱਖਾਂ ਵਾਲੀ ਸਿਪੇਟ। ਅਦਾਲਤ ਵੱਲੋਂ ਫੈਸਲਾ ਸੁਣਾਉਣ ਉਪਰੰਤ 24 ਬੰਦਿਆਂ ਨੂੰ ਫਾਂਸੀ ਦਾ ਹੁਕਮ ਹੋਇਆ ਸੀ। ਉਹਨਾਂ ਨੂੰ ਫਾਂਸੀ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ। ਕੁਝ ਕੁ ਘੰਟਿਆਂ ਪਿੱਛੋਂ ਜੇਲ੍ਹ ਦੇ ਸੁਪਰਡੈਂਟ ਮਿਸਟਰ ਵਾਰਡ ਨੇ ਇਕੱਲੇ ਕੈਦੀ ਦੀ ਕੋਠੜੀ ਅੱਗੇ ਜਾ ਕੇ ਹਰ ਇੱਕ ਨੂੰ ਫੈਸਲੇ ਦੇ ਖਿਲਾਫ ਅਪੀਲ ਕਰਨ ਲਈ ਪੁੱਛਿਆ, ਪਰ ਭਾਈ ਪਰਮਾਨੰਦ ਲਾਹੌਰ ਤੇ ਗਿਲਵਾਲੀ ਵਾਲੇ ਸੁਰੈਣ ਸਿੰਘ ਵੱਡਾ ਤੇ ਇੱਕ ਹੋਰ ਨੂੰ ਛੱਡ ਕੇ ਕਿਸੇ ਨੇ ਵੀ ਅਪੀਲ ਕਰਨ ਦੀ ਹਾਮੀ ਨਾ ਭਰੀ।
ਸਾਰਿਆਂ ਨੇ ਇਹੀ ਕਿਹਾ ਕਿ ਇਸ ਗੁਲਾਮੀ ਦੇ ਘਿਰਣਾ ਭਰੇ ਜੀਵਨ ਨਾਲੋਂ ਸ਼ਹੀਦਾਂ ਵਾਲੀ ਮੌਤ 100 ਦਰਜੇ ਚੰਗੀ ਹੈ। ਕਈ ਦੇਸ਼ ਭਗਤਾਂ ਨੇ ਠੱਠੇ ਨਾਲ ਕਿਹਾ, ਹਾਂ ਅਸੀਂ ਅਪੀਲ ਕਰਦੇ ਹਾਂ ਕਿ ਸਾਨੂੰ ਛੇਤੀ ਫਾਂਸੀ ਚਾੜ ਦਿੱਤਾ ਜਾਵੇ। ਇਸ ਪੁਰ ਸਿੱਖ ਅਖਬਾਰਾਂ ਨੇ ਗਦਰੀ ਸੂਰਮਿਆਂ ਦੀ ਸ਼ਲਾਘਾ ਕਰਦੇ ਹੋਏ ਲਿਖਿਆ ਕਿ ਉਹਨਾਂ ਨੇ ਪੁਰਾਤਨ ਸਿੱਖਾਂ ਵਾਲੀ ਗੱਲ ਕੀਤੀ ਹੈ। ਬਾਬਾ ਸੋਹਣ ਸਿੰਘ ਭਕਨਾ ਨੇ ਲਿਖਿਆ ਹੈ ਕਿ ਜਦੋਂ ਸਾਰਿਆਂ ਨੂੰ ਕੈਦੀਆਂ ਵਾਲੇ ਕੱਪੜੇ ਪਹਿਨਾ ਕੇ ਫਾਂਸੀ ਦੀਆਂ ਕੋਠੜੀਆਂ ਵਿੱਚ ਬੰਦ ਕਰ ਦਿੱਤਾ ਗਿਆ ਤਾਂ ਜੇਲ੍ਹ ਨਿਯਮਾਂ ਅਨੁਸਾਰ ਸਿਰ ਤੇ ਪਹਿਨਣ ਲਈ ਟੋਪੀਆਂ ਮੁਹੱਈਆ ਕੀਤੀਆਂ ਗਈਆਂ। ਉਨੀ ਦਿਨੀ ਸਿਰ ਤੇ ਪਾਉਣ ਲਈ ਭੂਸੇ ਦੀ ਟੋਪੀ ਹੁੰਦੀ ਸੀ। ਸਾਡੇ ਮੁਕੱਦਮੇ ਦੇ ਸਾਰੇ ਸਿੱਖ ਕੈਦੀਆਂ ਨੇ ਟੋਪੀਆਂ ਪਾਉਣ ਤੋਂ ਇਨਕਾਰ ਕਰ ਦਿੱਤਾ। ਨੋਟ: ਸਿੱਖ ਰਹਿਤਨਾਮਿਆਂ ਅਨੁਸਾਰ ਸਿੱਖ ਲਈ ਟੋਪੀ ਪਹਿਨਣੀ ਵਰਜਿਤ ਹੈ। ਇਸ ਕਰਕੇ ਗਦਰੀ ਸਿੱਖ ਕੈਦੀਆਂ ਨੇ ਸਿੱਖੀ ਅਸੂਲਾਂ ਦੀ ਪਾਲਣਾ ਕਰਦੇ ਹੋਏ ਟੋਪੀਆਂ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ ਅਤੇ ਇਸ ਬਦਲੇ ਉਹਨਾਂ ਵਿੱਚੋਂ ਬਹੁਤ ਸਾਰਿਆਂ ਨੂੰ ਬੇੜੀਆਂ ਤੇ ਬੈਂਤਾਂ ਦੀਆਂ ਸਜ਼ਾਵਾਂ ਵੀ ਝੱਲਣੀਆਂ ਪਈਆਂ ਸਨ। ਸਾਡੇ ਤੋਂ ਪਹਿਲਾਂ ਮਾਸਟਰ ਚਤਰ ਸਿੰਘ ਨੂੰ ਵੀ, ਜੋ ਟੋਪੀ ਪਾਉਣ ਤੋਂ ਇਨਕਾਰ ਕਰਨ ਵਾਲੇ ਪਹਿਲੇ ਕੈਦੀ ਸਨ, ਸਜ਼ਾ ਲੱਗ ਚੁੱਕੀ ਸੀ। ਅਸਾਂ ਸਾਰਿਆਂ ਨੇ ਵੀ ਟੋਪੀ ਪਾਉਣ ਤੋਂ ਇਨਕਾਰ ਕਰ ਦਿੱਤਾ। ਐਜੀਟੇਸ਼ਨ ਵਧਦੀ ਦੇਖ ਕੇ ਪੰਜਾਬ ਸਰਕਾਰ ਨੇ ਬਗੈਰ ਉਮਰ ਦੇ ਲਿਹਾਜ਼ ਤੇ ਡਾਕਟਰੀ ਮੁਆਇਨੇ ਦੇ ਇੱਕ ਸ਼ਾਮ ਨੂੰ ਸਾਨੂੰ ਪੂਰੇ ਕੱਪੜੇ ਵਗੈਰਾ ਦੇ ਕੇ ਅੰਡੇਮਾਨ ਭੇਜ ਦਿੱਤਾ। ਇਸ ਦੀ ਪੁਸ਼ਟੀ ਸਰਦਾਰ ਜਗਜੀਤ ਸਿੰਘ ਨੇ ਵੀ ਕੀਤੀ ਹੈ। ਸਰਾਭੇ ਦੀ ਜ਼ਿੰਦਾ ਦਿਲੀ। ਜੇਲ੍ਹ ਅੰਦਰ ਭਾਈ ਕਰਤਾਰ ਸਿੰਘ ਸਰਾਭਾ ਲਗਾਤਾਰ ਚੜ੍ਹਦੀ ਕਲਾ ਦੇ ਰੌਂ ਵਿੱਚ ਰਿਹਾ। ਉਸ ਨੂੰ ਮੌਤ ਦੀ ਸਜ਼ਾ ਦਾ ਮਾਸਾ ਜਿੰਨਾ ਵੀ ਅਫਸੋਸ ਨਾ ਹੋਇਆ। ਮੌਤ ਤੋਂ ਡਰਨ ਦਾ ਤਾਂ ਸਵਾਲ ਹੀ ਪੈਦਾ ਨਹੀਂ ਹੋਇਆ। ਉਹ ਪੂਰੇ ਚਾਅ ਉਮਾਹ ਨਾਲ ਮੌਤ ਦੀ ਉਡੀਕ ਕਰਦਾ ਰਿਹਾ। ਉਸ ਦੇ ਜੇਲ੍ਹ ਅੰਦਰਲੇ ਸਾਥੀਆਂ ਨੇ ਉਸ ਦੀ ਚੜ੍ਹਦੀ ਕਲਾ ਦੇ ਬਹੁਤ ਸਾਰੇ ਪ੍ਰਮਾਣ ਦਿੱਤੇ ਹਨ। ਭਾਈ ਪਰਮਾਨੰਦ ਨੇ ਲਿਖਿਆ ਹੈ ਕਿ ਮੁਕੱਦਮੇ ਦੀ ਸਾਰੀ ਕਾਰਵਾਈ ਦੌਰਾਨ ਉਹ ਬੜੇ ਹੀ ਹਾਸੇ ਵਾਲੇ ਅਤੇ ਖੁਸ਼ੀ ਦੇ ਰੌਂ ਵਿੱਚ ਰਿਹਾ। ਉਸ ਦੇ ਇਸ ਰੌਂ ਦਾ ਦੂਜਿਆਂ ਉੱਤੇ ਵੀ ਅਸਰ ਪੈਂਦਾ। ਬਾਬਾ ਸੋਹਣ ਸਿੰਘ ਭਕਨਾ ਨੇ ਉਸ ਦੀ ਸ਼ਹਾਦਤ ਤੋਂ ਬਾਅਦ ਉਸ ਨਾਲ ਬਿਤਾਏ ਪਲਾਂ ਦੀਆਂ ਯਾਦਾਂ ਇਸ ਤਰ੍ਹਾਂ ਬਿਆਨ ਕੀਤੀਆਂ ਹਨ। ਕਰਤਾਰ ਸਿੰਘ ਗੱਲਬਾਤ ਕਰਕੇ ਹਰੇਕ ਵਿਅਕਤੀ ਨੂੰ ਖੁਸ਼ ਰੱਖਣ ਦਾ ਯਤਨ ਕਰਦਾ ਸੀ। ਜਦੋਂ ਲਾਹੌਰ ਸੈਂਟਰਲ ਜੇਲ੍ਹ ਵਿੱਚ ਉਸ ਉੱਤੇ ਮੁਕੱਦਮਾ ਚੱਲ ਰਿਹਾ ਸੀ ਤਾਂ ਉਸ ਨੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਭੇਦ ਖੁੱਲ੍ਹ ਗਿਆ। ਉਸ ਕੋਲੋਂ ਸੀਖਾਂ ਕੱਟਣ ਵਾਲੇ ਸੰਦ ਅਤੇ ਬੰਬ ਬਣਾਉਣ ਦਾ ਮਸਾਲਾ ਫੜਿਆ ਗਿਆ, ਪਰ ਉਸ ਨੂੰ ਕੋਈ ਪਰਵਾਹ ਨਹੀਂ ਸੀ। ਉਹ ਪਹਿਲਾਂ ਦੀ ਤਰ੍ਹਾਂ ਹੀ ਹੱਸਦਾ ਰਿਹਾ ਅਤੇ ਹੋਰਨਾਂ ਨੂੰ ਹਸਾਉਂਦਾ ਰਿਹਾ। ਉਹ ਬੇੜੀਆਂ ਨੂੰ ਸਾਜ਼ਾਂ ਵਾਂਗ ਵਜਾਉਂਦਾ ਰਿਹਾ ਅਤੇ ਕੌਮੀ ਗੀਤ ਗਾਉਂਦਾ ਰਿਹਾ। ਜਦ ਕੇਸ ਚੱਲਿਆ ਤਾਂ ਇੱਕ ਪਾਸੇ ਜੱਜਾਂ ਦੀ ਕਚਹਿਰੀ ਹੁੰਦੀ ਤੇ ਦੂਜੇ ਪਾਸੇ ਖੜਾ ਕਰਤਾਰ ਸਿੰਘ ਆਪਣੇ ਸਾਥੀਆਂ ਨਾਲ ਰਲ ਕੇ ਕਚਹਿਰੀ ਲਾ ਲੈਂਦਾ ਅਤੇ ਮੁਖਬਰਾਂ ਦਾ ਮਖੌਲ ਉਡਾਉਂਦਾ। ਜੱਜ ਮੁੜ-ਮੁੜ ਘੰਟੀ ਵਜਾਉਂਦੇ, ਪਰ ਉਹਨਾਂ ਦੀ ਸੁਣਦਾ ਹੀ ਕੋਈ ਨਾ। ਗਿਆਨੀ ਨਾਰ ਸਿੰਘ ਨੇ ਵੀ ਲਿਖਿਆ ਹੈ, ਲਾਹੌਰ ਸੈਂਟਰਲ ਜੇਲ੍ਹ ਵਿੱਚ 2 ਸਰਕਲ ਸਨ। ਕਰਤਾਰ ਸਿੰਘ ਹੋਰ ਮੁਕੱਦਮੇ ਵਾਲੇ ਸਾਥੀਆਂ ਸਮੇਤ ਸਰਕਲ ਨੰਬਰ 1 ਦੇ 14 ਨੰਬਰ ਅਹਾਤੇ ਦੀਆਂ ਕੋਠੜੀਆਂ ਵਿੱਚ ਬੰਦ ਰਹੇ ਸਨ। ਇਸ ਨੰਬਰ ਵਿੱਚ ਅਕਸਰ ਸਖਤ ਮੁਕੱਦਮੇ ਦੇ ਹਵਾਲਾਤੀ ਤੇ ਫਾਂਸੀ ਵਾਲੇ ਹੀ ਰੱਖੇ ਜਾਂਦੇ ਸਨ। ਆਪ ਦੇ ਫਾਂਸੀ ਲੱਗਣ ਦੇ ਪਿੱਛੋਂ ਮੈਂ ਵੀ ਉਹਨਾਂ ਕੋਠੜੀਆਂ ਵਿੱਚ ਹੀ ਬੰਦ ਰਿਹਾ ਸੀ, ਕਿਉਂਕਿ ਕਰਤਾਰ ਸਿੰਘ ਹੋਰਾਂ ਦਾ ਮੁਕੱਦਮਾ 26 ਅਪ੍ਰੈਲ 1915 ਨੂੰ ਸ਼ੁਰੂ ਹੋ ਕੇ 13 ਸਤੰਬਰ 1915 ਨੂੰ ਹੁਕਮ ਸੁਣਾਇਆ ਗਿਆ ਤੇ ਸਾਡਾ ਦੂਜਾ ਮੁਕੱਦਮਾ 29 ਅਕਤੂਬਰ 1915 ਨੂੰ ਸ਼ੁਰੂ ਹੋਇਆ ਤੇ 30 ਮਾਰਚ 1916 ਨੂੰ ਹੁਕਮ ਸੁਣਾਇਆ ਗਿਆ। ਇਨ੍ਹਾਂ ਕੋਠੜੀਆਂ ਵਿੱਚ ਜਿਨ੍ਹਾਂ ਵਿੱਚ ਕਰਤਾਰ ਸਿੰਘ ਹੋਰੀ ਬੰਦ ਰਹੇ, ਉਹਨਾਂ ਦੀਆਂ ਕੰਧਾਂ ਉੱਪਰ ਉਹਨਾਂ ਦੇ ਆਪਣੇ ਹੱਥਾਂ ਦੀ ਲਿਖੀ ਹੋਈ ਸੁੰਦਰ ਲਿਖਤ ਆਪ ਦੀ ਯਾਦ ਤਾਜ਼ਾ ਕਰਵਾਉਂਦੀ ਸੀ। ਆਪ ਦੀ ਉਰਦੂ ਦੀ ਲਿਖਤ ਬਹੁਤ ਸੁੰਦਰ ਸੀ। ਇੱਕ ਜਗ੍ਹਾ ਕੰਧ ਉੱਤੇ ਲਿਖਿਆ ਹੋਇਆ ਸੀ, ਸ਼ੇਰ ਸਿੰਘ ਬੇਗੁਨਾਹ ਪਕੜਿਆ ਗਿਆ ਹੋਗਾ। ਇਹ ਆਪ ਨੇ ਸ਼ੇਰ ਸਿੰਘ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਲਿਖਿਆ। ਇਹ ਸ਼ੇਰ ਸਿੰਘ ਵੇਈਂ-ਪੋਈ ਜ਼ਿਲ੍ਹਾ ਅੰਮ੍ਰਿਤਸਰ ਦੇ ਸਨ। ਨੋਟ: ਜਦੋਂ ਦੇਸ਼ ਆ ਕੇ ਗਦਰ ਕਰਨ ਦਾ ਸਵਾਲ ਉੱਠਿਆ ਸੀ ਤਾਂ ਸ਼ੇਰ ਸਿੰਘ ਨੇ ਪਾਰਟੀ ਦੇ ਫੈਸਲੇ ਨਾਲ ਅਸਹਿਮਤੀ ਪ੍ਰਗਟਾਈ ਸੀ, ਪਰ ਫਿਰ ਵੀ ਉਹ ਵੈਨਕੂਵਰ ਤੋਂ ਚੱਲਣ ਵਾਲੇ ਪਹਿਲੇ ਜਹਾਜ਼ ਵਿੱਚ ਚੜ੍ਹ ਕੇ ਦੇਸ਼ ਪਹੁੰਚਿਆ ਸੀ। ਦੇਸ਼ ਵਿੱਚ ਆ ਕੇ ਉਸਨੇ ਗਦਰ ਸੰਗਰਾਮੀਆਂ ਦਾ ਪੂਰਾ ਸਾਥ ਦਿੱਤਾ ਸੀ।
ਸਰਾਭੇ ਨੂੰ ਭਾਈ ਸ਼ੇਰ ਸਿੰਘ ਦੇ ਵਿਚਾਰਾਂ ਦਾ ਪਤਾ ਹੋਣ ਕਰਕੇ ਉਸ ਨੇ ਉਪਰੋਕਤ ਸ਼ਬਦ ਲਿਖੇ ਸਨ। ਜਦ ਕਦੇ ਆਪ ਨੂੰ ਕੋਈ ਖਿਆਲ ਆਉਂਦਾ ਤਾਂ ਆਪ ਕੰਧ ਉੱਤੇ ਲਿਖ ਦਿੰਦੇ। ਇੱਕ ਕੋਠੜੀ ਵਿੱਚ ਲਿਖਿਆ ਹੋਇਆ ਸੀ, ਗਲੇ ਮੇਰੇ ਤੌਕ ਹਾਥ ਮੇਂ ਹੱਥ ਘੜੀ, ਹਾਥ ਕੋ ਲੱਗੇਗੀ ਗਲੇ ਕੋ ਫਾਂਸੀ। ਦਾਦਾ ਜੀ ਨਾਲ ਮੁਲਾਕਾਤ। ਫਾਂਸੀ ਦਾ ਹੁਕਮ ਹੋਣ ਤੋਂ ਬਾਅਦ ਸਰਾਭੇ ਦੇ ਦਾਦਾ ਜੀ ਆਪਣੇ ਪੋਤੇ ਨਾਲ ਮੁਲਾਕਾਤ ਕਰਨ ਗਏ ਸਨ। ਕਹਿੰਦੇ ਹਨ ਕਿ ਮੁਲਾਕਾਤ ਕਰਨ ਵੇਲੇ ਵੈਰਾਗ ਵਿੱਚ ਦਾਦੇ ਦਾ ਮਨ ਭਰ ਆਇਆ ਸੀ, ਪਰ ਭਾਈ ਕਰਤਾਰ ਸਿੰਘ ਸਰਾਭਾ ਨੂੰ ਤਾਂ ਮਰਨ ਦਾ ਚਾਅ ਚੜ੍ਹਿਆ ਹੋਇਆ ਸੀ। ਉਸ ਨੇ ਦਾਦਾ ਜੀ ਦੇ ਦਿਲ ਨੂੰ ਧਰਵਾਸ ਦੇਣ ਲਈ ਜੋ ਬਚਨ ਬੋਲੇ ਉਹਨਾਂ ਦੀ ਹੂ ਬਹੂ ਨਕਲ ਕਿਤੋਂ ਨਹੀਂ ਮਿਲ ਸਕਦੀ, ਕਿਉਂਕਿ ਦੋਵਾਂ ਵਿਚਕਾਰ ਵਾਰਤਾਲਾਪ ਇਕਾਂਤ ਵਿੱਚ ਹੋਇਆ ਸੀ। ਉਸ ਵੇਲੇ ਉੱਥੇ ਕੋਈ ਦੂਸਰਾ ਗਦਰੀ ਸੰਗਰਾਮੀਆਂ ਹਾਜ਼ਰ ਨਹੀਂ ਸੀ। ਇਸ ਕਰਕੇ ਦਾਦੇ ਤੇ ਪੋਤੇ ਵਿਚਕਾਰ ਹੋਏ ਵਾਰਤਾਲਾਪ ਦੀ ਕਲਪਨਾ ਹੀ ਕੀਤੀ ਜਾ ਸਕਦੀ ਹੈ। ਜ਼ਿਆਦਾਤਰ ਲੇਖਕਾਂ ਨੇ ਐਵੇਂ ਹੀ ਕੀਤਾ ਹੈ, ਜਾਂ ਇਸ ਬਾਰੇ ਪ੍ਰਚਲਿਤ ਗੱਲਾਂ ਦੇ ਆਧਾਰ ਤੇ ਅੱਡ-ਅੱਡ ਕਹਾਣੀਆਂ ਲਿਖੀਆਂ ਗਈਆਂ ਹਨ। ਮੌਤ ਦੇ ਐਨ ਕਰੀਬ ਜਾ ਚੁੱਕੇ ਸੂਰਮੇ ਦੀ ਮਨੋ ਅਵਸਥਾ ਦਾ ਸਹੀ ਅਨੁਮਾਨ ਲਾ ਸਕਣਾ ਉੱਕਾ ਹੀ ਸੰਭਵ ਨਹੀਂ ਹੁੰਦਾ, ਕਿਉਂਕਿ ਇਹ ਅਨੁਮਾਨ ਉਹੀ ਲਾ ਸਕਦਾ ਹੈ ਜਿਸ ਨੇ ਜ਼ਿੰਦਗੀ ਵਿੱਚ ਕਿਸੇ ਨਾ ਕਿਸੇ ਸੂਰਤ ਵਿੱਚ ਆਪ ਅਜਿਹਾ ਅਨੁਭਵ ਹੰਢਾਇਆ ਹੁੰਦਾ ਹੈ। ਮਹਿਜ ਸ਼ਬਦ ਘੜਨ ਦੀ ਕਲਾ ਨਾਲ ਇਹ ਅਨੁਮਾਨ ਲਾਉਣਾ ਸੰਭਵ ਨਹੀਂ ਹੈ। ਇੱਕ ਗੱਲ ਯਕੀਨ ਨਾਲ ਕਹੀ ਜਾ ਸਕਦੀ ਹੈ ਕਿ ਮੌਤ ਦੇ ਰੂਬਰੂ ਖੜੇ ਸੂਰਮੇ ਦੀ ਸੁਰਤ ਸੰਪੂਰਨ ਰੂਪ ਵਿੱਚ ਇਕਾਗਰ ਹੋ ਚੁੱਕੀ ਹੁੰਦੀ ਹੈ। ਉਦੋਂ ਉਹ ਜੋ ਵੀ ਸੋਚਦਾ ਜਾਂ ਬੋਲਦਾ ਹੈ ਉਹ ਆਮ ਮਨੁੱਖ ਦੇ ਪੱਧਰ ਦਾ ਨਹੀਂ ਹੁੰਦਾ। ਉਦੋਂ ਉਹ ਦੂਸਰਿਆਂ ਵਰਗਾ ਆਮ ਆਦਮੀ ਨਹੀਂ ਰਹਿ ਜਾਂਦਾ। ਉਦੋਂ ਉਸ ਦੀ ਸੁਰਤ ਉੱਚੇ ਮੰਡਲਾਂ ਵਿੱਚ ਪਹੁੰਚ ਚੁੱਕੀ ਹੁੰਦੀ ਹੈ। ਭਾਈ ਕਰਤਾਰ ਸਿੰਘ ਸਰਾਭਾ ਦੀ ਆਪਣੇ ਦਾਦਾ ਜੀ ਨਾਲ ਹੋਈ ਗੱਲਬਾਤ ਬਾਰੇ ਪ੍ਰਚਲਿਤ ਜ਼ਿਆਦਾਤਰ ਕਹਾਣੀਆਂ ਆਮ ਵਿਅਕਤੀ ਦੇ ਮਾਨਸਿਕ ਪੱਧਰ ਤੇ ਖੜ ਕੇ ਸੋਚੀਆਂ ਤੇ ਘੜੀਆਂ ਗਈਆਂ ਹਨ। ਇਸ ਰੌਸ਼ਨੀ ਵਿੱਚ ਸ਼ਹੀਦ ਭਗਤ ਸਿੰਘ ਵੱਲੋਂ ਚਾਂਦ ਫਾਂਸੀ ਅੰਕ ਵਿੱਚ ਇਸ ਵਾਰਤਾਲਾਪ ਦਾ ਬਿਨਾਂ ਕਿਸੇ ਸਰੋਤ ਦਾ ਜ਼ਿਕਰ ਕੀਤੇ ਜਿਹੜਾ ਨਮੂਨਾ ਦਿੱਤਾ ਗਿਆ ਹੈ ਉਹ ਕਿਸੇ ਤਰ੍ਹਾਂ ਵੀ ਮੰਨਣਯੋਗ ਨਹੀਂ ਲੱਗਦਾ। ਇਸ ਕਹਾਣੀ ਮੁਤਾਬਕ ਸਰਾਭੇ ਨੇ ਉਦਾਸ ਹੋਏ ਦਾਦਾ ਜੀ ਨੂੰ ਪੁੱਛਿਆ ਕਿ ਫਲਾਣਾ ਰਿਸ਼ਤੇਦਾਰ ਕਿੱਥੇ ਹੈ। ਦਾਦੇ ਨੇ ਜਵਾਬ ਦਿੱਤਾ, ਉਹ ਪਲੇਗ ਨਾਲ ਮਰ ਗਿਆ ਹੈ। ਸਰਾਭੇ ਨੇ ਫਿਰ ਪੁੱਛਿਆ, ਫਲਾਣਾ ਰਿਸ਼ਤੇਦਾਰ ਕਿੱਥੇ ਹੈ। ਦਾਦਾ ਜੀ ਨੇ ਕਿਹਾ, ਉਹ ਹੈਜੇ ਨਾਲ ਮਰ ਗਿਆ। ਇਸ ਤੇ ਕਰਤਾਰ ਸਿੰਘ ਨੇ ਕਿਹਾ, ਤਾਂ ਕਿ ਤੁਸੀਂ ਚਾਹੁੰਦੇ ਹੋ ਕਿ ਕਰਤਾਰ ਸਿੰਘ ਬਿਸਤਰੇ ਤੇ ਮਹੀਨਿਆਂ ਬੱਧੀ ਪਿਆ ਰਹੇ ਤੇ ਦਰਦ ਨਾਲ ਦੁਖੀ ਹੋ ਕੇ ਕਿਸੇ ਰੋਗ ਨਾਲ ਮਰੇ। ਉਪਰੋਕਤ ਵਾਰਤਾਲਾਪ ਅੰਦਰ ਮੌਤ ਬਾਰੇ ਨਜ਼ਰੀਆ ਇੱਕ ਸਧਾਰਨ ਜਿਹੇ ਵਿਅਕਤੀ ਵਾਲਾ ਹੈ। ਕੀ ਸਵਾਲ ਸਿਰਫ ਇੰਨਾ ਹੀ ਹੈ ਕਿ ਦਰਦ ਨਾਲ ਦੁਖੀ ਹੋ ਕੇ ਕਿਸੇ ਰੋਗ ਨਾਲ ਮਰਨ ਨਾਲੋਂ ਦੇਸ਼ ਲਈ ਮਰਨਾ ਬਿਹਤਰ ਹੈ? ਕਰਤਾਰ ਸਿੰਘ ਸਰਾਭਾ ਵਰਗੇ ਊਰਜਾਸ਼ੀਲ ਇਨਕਲਾਬੀ ਦਾ ਮੌਤ ਬਾਰੇ ਇਸ ਕਿਸਮ ਦਾ ਲਾਭ ਹਾਨੀ ਵਾਲਾ ਨਜ਼ਰੀਆ ਨਹੀਂ ਹੋ ਸਕਦਾ। ਸਿੱਖ ਪਰਿਵਾਰ ਵਿੱਚ ਜੰਮਿਆ ਪੜਿਆ, ਸਿੱਖੀ ਮਾਹੌਲ ਵਿੱਚ ਜਵਾਨ ਹੋਇਆ ਅਤੇ ਲਹਿਰ ਅੰਦਰ ਧਰਮੀ ਬੰਦਿਆਂ ਦੀ ਸੰਗਤ ਵਿੱਚ ਵਿਚਰਿਆ ਮੌਤ ਦੇ ਕਰੀਬ ਖੜਾ ਪੋਤਰਾ ਆਪਣੇ ਗੁਰਸਿੱਖ ਦਾਦੇ ਨੂੰ ਧਰਵਾਸ ਦੇਣ ਲਈ ਇੰਨੀਆਂ ਹਲਕੀਆਂ ਦਲੀਲਾਂ ਦਾ ਆਸਰਾ ਨਹੀਂ ਲੈ ਸਕਦਾ। ਇਸ ਲਿਹਾਜ਼ ਨਾਲ ਇਸ ਮੁਲਾਕਾਤ ਦਾ ਮਾਲਵਾ ਸਿੱਖ ਇਤਿਹਾਸ ਅੰਦਰ ਦਿੱਤਾ ਹੇਠਾਂ ਲਿਖਿਆ ਵੇਰਵਾ ਹਕੀਕਤ ਦੇ ਵੱਧ ਨੇੜੇ ਮਹਿਸੂਸ ਹੁੰਦਾ ਹੈ। ਦਾਦਾ ਸਰਦਾਰ ਬਦਨ ਸਿੰਘ ਜੀ ਨੂੰ ਪਤਾ ਲੱਗਿਆ ਕਿ ਕਰਤਾਰ ਸਿੰਘ ਨੂੰ ਫਾਂਸੀ ਦੀ ਸਜ਼ਾ ਹੋ ਗਈ ਹੈ। ਆਪ ਫਾਂਸੀ ਦੀ ਕੋਠੜੀ ਵਿੱਚ ਆਪਣੇ 19 ਸਾਲ ਦੇ ਨੌਜਵਾਨ ਪੋਤਰੇ ਨਾਲ ਅੰਤਮ ਮੁਲਾਕਾਤ ਕਰਨ ਗਏ। ਕਰਤਾਰ ਸਿੰਘ ਦੇ ਮੁਖੜੇ ਤੇ ਇੱਕ ਅਨੋਖਾ ਜਲਾਲ ਵੇਖ ਕੇ ਆਪ ਦਾ ਹਿਰਦਾ ਹੋਰ ਵੀ ਮੋਹਿਆ ਗਿਆ। ਇਹ ਸੋਹਣੀ ਸੂਰਤ ਫਾਂਸੀ ਪਰ ਲਟਕ ਕੇ ਅਲੋਪ ਹੋ ਜਾਵੇਗੀ, ਇਹ ਸੋਚ ਕੇ ਬਾਬਾ ਜੀ ਦਾ ਹਿਰਦਾ ਦਰਵ ਉੱਠਿਆ। ਉਹ ਬੇਬਲ ਹੋ ਗਏ। ਕਰਤਾਰ ਸਿੰਘ ਬਿਲਕੁਲ ਅਡੋਲ ਸੀ। ਉਸ ਨੇ ਬਾਬਾ ਜੀ ਨੂੰ ਧੀਰਜ ਦਿੱਤਾ ਤੇ ਕਿਹਾ, ਬਾਬਾ ਜੀ, ਗੁਰਸਿੱਖ ਹੋ ਕੇ ਇਹੋ ਜੀਆਂ ਗੱਲਾਂ ਕਰਦੇ ਹੋ, ਕਿਤਨੀ ਉਲਟੀ ਖੇਡ ਵਾਪਰ ਰਹੀ ਸੀ। ਬਿਰਧ ਬਾਬੇ ਨੂੰ 19 ਸਾਲ ਦਾ ਨੌਜਵਾਨ ਧੀਰਜ ਦੇ ਰਿਹਾ ਸੀ। ਚਾਹੀਦਾ ਤਾਂ ਇਹ ਸੀ ਕਿ ਬਾਬਾ ਪੋਤਰੇ ਨੂੰ ਧੀਰਜ ਦਿੰਦਾ। ਭਾਈ ਕਰਤਾਰ ਸਿੰਘ ਸਰਾਭਾ ਦੇ ਜੇਲ੍ਹ ਸਾਥੀ ਗਿਆਨੀ ਨਾਹਰ ਸਿੰਘ ਨੇ ਹੇਠ ਦਿੱਤੇ ਕਥਨ ਤੋਂ ਉਪਰੋਕਤ ਵੇਰਵੇ ਦੇ ਹਕੀਕਤ ਦੇ ਨੇੜੇ ਹੋਣ ਦੀ ਪੁਸ਼ਟੀ ਹੁੰਦੀ। ਗਿਆਨੀ ਜੀ ਨੇ ਸਰਾਭੇ ਬਾਰੇ ਦੱਸਿਆ ਹੈ ਕਿ ਆਪ ਪਹਿਲਾਂ ਧਰਮ ਵੱਲੋਂ ਅਵੇਸਲੇ ਹੀ ਸਨ। ਜੇਲ੍ਹ ਜਾ ਕੇ ਸਿੱਖੀ ਦੇ ਪ੍ਰੇਮੀ ਹੋ ਕੇ ਗੁਰਬਾਣੀ ਦਾ ਪਾਠ ਕਰਨ ਲੱਗ ਪਏ ਸਨ। ਜੇਲੋਂ ਭੱਜਣ ਦੀ ਕੋਸ਼ਿਸ਼। ਭਾਈ ਕਰਤਾਰ ਸਿੰਘ ਸਰਾਭਾ ਨੂੰ ਖਤਰੇ ਸਹੇੜਨ ਵਿੱਚ ਬੜਾ ਸਵਾਦ ਆਉਂਦਾ ਸੀ। ਉਹ ਕੋਈ ਨਾ ਕੋਈ ਅਜਿਹਾ ਕਾਰਨਾਮਾ ਕਰੀ ਰੱਖਦਾ ਸੀ
ਜਿਸ ਨਾਲ ਜੇਲ੍ਹ ਅੰਦਰ ਉਸ ਉੱਤੇ ਹੋਰ ਸਖਤਾਈ ਕਰ ਦਿੱਤੀ ਜਾਂਦੀ ਸੀ। ਬਾਬਾ ਸੋਹਣ ਸਿੰਘ ਭਕਨਾ ਨੇ ਉਸ ਦੀ ਇੱਕ ਅਜਿਹੀ ਮਾਰ ਕੇ ਬਾਜ਼ੀ ਦਾ ਜ਼ਿਕਰ ਕਰਦਿਆਂ ਲਿਖਿਆ ਹੈ, ਕਰਤਾਰ ਸਿੰਘ ਤੇ ਮੈਂ ਹਵਾਲਾ ਦੀਆਂ ਕੋਠੀਆਂ ਵਿੱਚ ਬੰਦ ਸਾਂ। ਇੱਕ ਦਿਨ ਕਰਤਾਰ ਸਿੰਘ ਨੇ ਮੈਨੂੰ ਲੋਹੇ ਦੀ ਇੱਕ ਤਾਰ ਤੇ ਪੀਠਾ ਹੋਇਆ ਕੱਚ ਦਿਖਾਇਆ ਤੇ ਕਿਹਾ, ਇਹ ਕੱਚ ਲੋਹੇ ਦੀ ਇਸ ਤਾਰਪੁਰ ਚੜਾਉਣ ਨਾਲ ਲੋਹੇ ਦੀਆਂ ਸੀਖਾਂ ਨੂੰ ਕੱਟ ਸਕਦਾ ਹੈ। ਮੇਰੀ ਅਕਲ ਨੇ ਇਹ ਗੱਲ ਨਾ ਮੰਨੀ। ਮੈਂ ਆਖਿਆ, ਇਹ ਸਭ ਕੈਦੀਆਂ ਦੀਆਂ ਗੱਪਾਂ ਨੇ, ਤਾਰ ਉੱਤੇ ਕੱਚ ਦਾ ਚੜ੍ਹਨਾ ਮੁਸ਼ਕਲ ਹੈ। ਤੁਸੀਂ ਹਰ ਕਿਸੇ ਦੀ ਗੱਲ ਪੁਰ ਨਿਸ਼ਚਾ ਨਾ ਕਰ ਲਿਆ ਕਰੋ। ਨਾਲ ਇਹ ਵੀ ਖਿਆਲ ਰੱਖਿਆ ਕਰੋ ਕਿ ਇਹਨਾਂ ਵਿੱਚ ਬਹੁਤ ਸਾਰੇ ਜੇਲ੍ਹ ਕਰਮਚਾਰੀਆਂ ਦੇ ਮੁਖਬਰ ਹੁੰਦੇ ਨੇ। ਸੱਚਮੁੱਚ ਉਹ ਗੱਲ ਹੋਈ। ਅਗਲੇ ਹੀ ਦਿਨ ਕਿਸੇ ਨੇ ਮੁਖਬਰੀ ਕਰ ਦਿੱਤੀ ਤੇ ਤਲਾਸ਼ੀ ਹੋਣ ਪੁਰ ਕਰਤਾਰ ਸਿੰਘ ਪਾਸੋਂ ਲੋਹੇ ਦੀ ਤਾਰ ਤੇ ਪੀਠਾ ਹੋਇਆ ਕੱਚ ਫੜਿਆ ਗਿਆ। ਇਸ ਪੁਰ ਸੁਪਰਡੈਂਟ ਨੇ ਉਸ ਨੂੰ ਬੇੜੀ ਦੀ ਸਜ਼ਾ ਦੇ ਦਿੱਤੀ। ਬਸ ਫੇਰ ਕੀ ਸੀ, ਕਰਤਾਰ ਸਿੰਘ ਨੂੰ ਅਦਾਲਤ ਵਿੱਚ ਇੱਕ ਖੇਡ ਲੱਭ ਗਈ। ਉਹ ਅਦਾਲਤ ਵਿੱਚ ਇੱਧਰ ਉੱਧਰ ਘੁੰਮਦਾ ਤੇ ਬੇੜੀ ਛਣਕਾਉਂਦਾ ਰਹਿੰਦਾ ਸੀ। ਜਦੋਂ ਕੋਈ ਡਿਊਟੀ ਵਾਲਾ ਥਾਣੇਦਾਰ ਉਸ ਨੂੰ ਮਨਾ ਕਰਦਾ ਤਾਂ ਉਹ ਅੱਗੋਂ ਉੱਤਰ ਦਿੰਦਾ ਕਿ ਤੁਸੀਂ ਆਪਣਾ ਕੰਮ ਕਰੀ ਚੱਲੋ, ਮੈਂ ਆਪਣਾ ਕਰਦਾ। ਇਸ ਘਟਨਾ ਦੀ ਪੁਸ਼ਟੀ ਭਾਈ ਪਰਮਾਨੰਦ ਨੇ ਵੀ ਕੀਤੀ ਹੈ। ਇੱਕ ਸ਼ਾਮ ਨੂੰ ਜੇਲ੍ਹ ਵਿੱਚ ਸਾਨੂੰ ਆਪਣੇ ਕੰਬਲਾਂ, ਕੌਲਿਆਂ ਅਤੇ ਪਾਣੀ ਵਾਲੇ ਭਾਂਡਿਆਂ ਸਮੇਤ ਆਪਣੀਆਂ ਕੋਠੜੀਆਂ ਵਿੱਚੋਂ ਬਾਹਰ ਆਉਣ ਲਈ ਕਿਹਾ ਗਿਆ। ਉਸ ਦਿਨ ਸਾਰਿਆਂ ਨੂੰ ਕੋਠੜੀਆਂ ਨਵੇਂ ਸਿਰਿਓਂ ਅਲਾਟ ਕੀਤੀਆਂ ਜਾ ਰਹੀਆਂ ਸਨ। ਇਹ ਗੱਲ ਅਗਲੇ ਦਿਨ ਤੋਂ ਹਰ ਰੋਜ਼ ਲਗਾਤਾਰ ਹੋਣ ਲੱਗ ਪਈ। ਸਾਨੂੰ ਕੁਝ ਸਮਾਂ ਤਾਂ ਇਸ ਦਾ ਕਾਰਨ ਪਤਾ ਨਾ ਲੱਗਾ, ਪਰੰਤੂ ਮਗਰੋਂ ਪਤਾ ਲੱਗਾ ਕਿ ਕਰਤਾਰ ਸਿੰਘ ਨੇ ਕੁਝ ਲੰਬੜਦਾਰਾਂ ਦੀ ਸਹਾਇਤਾ ਨਾਲ ਖਿੜਕੀਆਂ ਦੀਆਂ ਸੀਖਾਂ ਕੱਟ ਕੇ ਜੇਲ੍ਹ ਵਿੱਚੋਂ ਭੱਜਣ ਦੀ ਕੋਸ਼ਿਸ਼ ਕੀਤੀ ਸੀ। ਉਹਨਾਂ ਲੰਬੜਦਾਰਾਂ ਵਿੱਚੋਂ ਹੀ ਇੱਕ ਨੇ ਸਾਰਾ ਭੇਦ ਖੋਲ੍ਹ ਦਿੱਤਾ ਸੀ, ਜਿਸ ਕਾਰਨ ਤਲਾਸ਼ੀ ਹੋਈ ਸੀ ਤੇ ਉਸ ਸਰਾਬੇ ਦੀ ਕੋਠੜੀ ਵਿੱਚੋਂ ਇੱਕ ਰੱਸੀ ਤੇ ਪੀਸਿਆ ਹੋਇਆ ਸ਼ੀਸ਼ਾ ਮਿਲਿਆ ਸੀ। ਕੈਦੀ ਲੋਹੇ ਦੀਆਂ ਸੀਖਾਂ ਨੂੰ ਕੱਟਣ ਲਈ ਇਹ ਤਰੀਕਾ ਵਰਤਦੇ ਸਨ। ਸ਼ੀਸ਼ੇ ਨੂੰ ਬਹੁਤ ਬਰੀਕ ਪੀ ਲਿਆ ਜਾਂਦਾ ਸੀ ਅਤੇ ਗਿੱਲਾ ਕਰਕੇ ਰੱਸੀ ਤੇ ਲਗਾ ਦਿੱਤਾ ਜਾਂਦਾ ਸੀ। ਜਦੋਂ ਉਹ ਸੁੱਕ ਜਾਂਦਾ ਸੀ ਤਾਂ ਰੱਸੀ ਸੀਖਾਂ ਨੂੰ ਕੱਟਣ ਲਈ ਰੇਤੀ ਦਾ ਕੰਮ ਕਰਦੀ ਸੀ। ਕਰਤਾਰ ਸਿੰਘ ਸਰਾਭਾ ਦੀ ਜਾਂਬਾਜ਼ੀ ਦੀਆਂ ਗੱਲਾਂ ਲਾਹੌਰ ਜੇਲ੍ਹ ਅੰਦਰ ਬਹੁਤ ਸਾਲਾਂ ਤੱਕ ਚੱਲਦੀਆਂ ਰਹੀਆਂ। 1923 ਵਿੱਚ ਜਦ ਗਿਆਨੀ ਗੁਰਮੁਖ ਸਿੰਘ ਮੁਸਾਫਰ ਲਾਹੌਰ ਸੈਂਟਰਲ ਜੇਲ੍ਹ ਵਿੱਚ ਬੰਦ ਕੀਤੇ ਗਏ ਸਨ ਤਾਂ ਪੁਰਾਣੇ ਕੈਦੀਆਂ ਨੇ ਉਸ ਨੂੰ ਸਰਾਭੇ ਦੀ ਜੇਲੋਂ ਭੱਜਣ ਦੇ ਜੋਖਮ ਭਰੇ ਅਸਫਲ ਯਤਨ ਦੀ ਪੂਰੀ ਗਾਥਾ ਸੁਣਾਈ ਸੀ। ਜੱਜਾਂ ਦੀਆਂ ਨਜ਼ਰਾਂ ਵਿੱਚ ਸਰਾਭਾ। ਜੱਜਾਂ ਨੇ ਆਪਣੇ ਫੈਸਲੇ ਵਿੱਚ ਭਾਈ ਕਰਤਾਰ ਸਿੰਘ ਸਰਾਭਾ ਬਾਰੇ ਹੇਠ ਦਿੱਤੇ ਵਿਚਾਰ ਪ੍ਰਗਟਾਏ। ਇਹ ਮੁਲਜ਼ਮ ਜਿਸ ਨੇ ਉਸ ਉੱਤੇ ਲਾਏ ਗਏ ਦੋਸ਼ਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਨੇ ਆਪਣੀ ਉਮਰ 18.5 ਸਾਲ ਦੱਸੀ ਹੈ, ਪਰ ਉਹ ਪੱਕ ਨਾਲ ਇਸ ਨਾਲੋਂ ਵੱਡਾ ਹੈ ਅਤੇ ਉਮੀਦ ਹੈ ਕਿ ਉਹ 20 ਤੋਂ ਉੱਪਰ ਹੈ। ਆਪਣੀ ਉਮਰ ਦੇ ਬਾਵਜੂਦ ਉਹ ਦੋਸ਼ੀ ਠਹਿਰਾਏ ਗਏ ਇਨ੍ਹਾਂ 61 ਵਿਅਕਤੀਆਂ ਵਿੱਚੋਂ ਸਾਰਿਆਂ ਨਾਲੋਂ ਮਹੱਤਵਪੂਰਨਾਂ ਵਿੱਚੋਂ ਹੈ। ਅਮਰੀਕਾ ਵਿੱਚ ਰਸਤੇ ਵਿੱਚ ਆਉਂਦਿਆਂ ਅਤੇ ਭਾਰਤ ਦੇ ਅੰਦਰ ਰਚੀ ਗਈ ਉਸ ਦੀ ਸਾਜ਼ਿਸ਼ ਦਾ ਅਸਲੀ ਰੂਪ ਵਿੱਚ ਕੋਈ ਵੀ ਖੇਤਰ ਅਜਿਹਾ ਨਹੀਂ ਹੈ ਜਿਸ ਵਿੱਚ ਇਸ ਮੁਲਜ਼ਮ ਨੇ ਹਿੱਸਾ ਨਾ ਲਿਆ ਹੋਵੇ। ਸਾਰੇ ਮੁਕੱਦਮੇ ਦੇ ਦੌਰਾਨ ਉਸ ਨੇ ਵਕੀਲ ਵੱਲੋਂ ਪੁੱਛੇ ਕਿਸੇ ਵੀ ਸਵਾਲ ਦਾ ਜਵਾਬ ਦੇਣ ਤੋਂ ਇੱਕ ਜਾਂ ਦੋ ਸਵਾਲ ਨੂੰ ਛੱਡ ਕੇ ਉਸ ਨੇ ਸਵਾਲ ਜਵਾਬ ਕਰਨ ਤੋਂ ਇਨਕਾਰ ਕਰੀ ਰੱਖਿਆ, ਭਾਵੇਂ ਕਿ ਉਸ ਨੇ ਆਪ 2 ਲੰਮੇ ਬਿਆਨ ਦਿੱਤੇ ਜਿਹੜੇ 443 ਤੇ 480 ਸਫ਼ਿਆਂ ਉੱਤੇ ਦਰਜ ਹਨ। ਉਸ ਦੇ ਖਿਲਾਫ ਸਬੂਤ ਮਣਾਮੁਹੀ ਹਨ। ਇਸ ਤੋਂ ਅੱਗੇ ਜੱਜਾਂ ਨੇ ਉਸ ਦੇ ਖਿਲਾਫ ਵਾਅਦਾ ਮੁਆਫ ਗਵਾਹਾਂ ਅਮਰ ਸਿੰਘ, ਮੂਲਾ ਸਿੰਘ, ਨਵਾਬ ਖਾਂ ਸੁੱਚਾ ਸਿੰਘ, ਉਮਰਾਓ ਸਿੰਘ ਅਤੇ ਸਰਕਾਰੀ ਧਿਰ ਦੇ ਹੋਰਨਾਂ ਗਵਾਹਾਂ ਤੇ ਪੁਲਿਸ ਦੇ ਮੁਲਾਜ਼ਮਾਂ ਦੀਆਂ ਗਵਾਹੀਆਂ ਦਾ ਭਰਮਾ ਵਿਸਥਾਰ ਦਿੱਤਾ ਹੈ। ਅਮਰੀਕਾ ਅੰਦਰ ਜੁਲਾਈ 1912 ਤੋਂ ਲੈ ਕੇ ਭਾਰਤ ਅੰਦਰ 19 ਫਰਵਰੀ 1915 ਤੱਕ ਕਰਤਾਰ ਸਿੰਘ ਸਰਾਭਾ ਦੀ ਹਰ ਸਰਗਰਮੀ ਦਾ ਭਰਮਾ ਬਿਉਰਾ ਦਿੱਤਾ ਗਿਆ। ਅਖੀਰ ਵਿੱਚ ਜਾ ਕੇ ਜੱਜਾਂ ਨੇ ਇਹ ਸਿੱਟਾ ਕੱਢਿਆ ਕਿ ਮੁਲਜ਼ਮ ਦੇ ਕੇਸ ਦਾ ਇਹ ਬਹੁਤ ਪੂਰਾ ਤੇ ਭਰਮਾ ਰਿਕਾਰਡ ਹੈ ਅਤੇ ਇਹ ਦੇਖਿਆ ਜਾ ਸਕਦਾ ਹੈ ਕਿ ਉਸ ਦਾ ਆਪਣਾ ਬਿਆਨ ਹੀ ਕਿਸ ਹੱਦ ਤੱਕ ਸਰਕਾਰੀ ਧਿਰ ਦੇ ਗਵਾਹਾਂ ਵੱਲੋਂ ਦਿੱਤੇ ਸਬੂਤਾਂ ਦੀ ਪੁਸ਼ਟੀ ਕਰਦਾ ਹੈ। ਸਾਰੇ ਮੁਕੱਦਮੇ ਦੇ ਦੌਰਾਨ ਬਚਾਓ ਪੱਖ ਦੇ ਗਵਾਹ ਨਹੀਂ ਭੁਗਤੇ। ਸਾਰੇ ਮੁਕੱਦਮੇ ਦੌਰਾਨ ਅਮਲੀ ਰੂਪ ਵਿੱਚ ਕੋਈ ਜਰਾ ਨਹੀਂ ਹੋਈ
ਅਤੇ ਸਾਡੇ ਸਾਹਮਣੇ ਮੁਲਜ਼ਮ ਨੇ ਆਪਣੇ ਕੇਸ ਦੀ ਪੈਰਵਾਈ ਕਰਨ ਦੀ ਕੋਈ ਇੱਛਾ ਨਹੀਂ ਪ੍ਰਗਟਾਈ। ਇਸ ਤੋਂ ਇਹੀ ਕਿਹਾ ਜਾ ਸਕਦਾ ਹੈ ਕਿ ਇਸ ਮੁਲਜ਼ਮ ਦਾ ਦੋਸ਼ ਸਿਰੇ ਦੀ ਹੱਦ ਤੱਕ ਸਾਬਤ ਹੋ ਗਿਆ ਹੈ। ਇਸ ਗੱਲ ਵਿੱਚ ਕੋਈ ਸ਼ੱਕ ਨਹੀਂ ਕਿ ਉਹ ਨੌਜਵਾਨ ਹੈ, ਪਰ ਨਿਸ਼ਚਿੰਤ ਤੌਰ ਤੇ ਉਹ ਉਹਨਾਂ ਅਤ ਭੈੜੇ ਸਾਜ਼ਿਸ਼ੀਆਂ ਵਿੱਚੋਂ ਹੈ ਜਿਨ੍ਹਾਂ ਉੱਤੇ ਕੋਈ ਵੀ ਰਹਿਮ ਨਾ ਕੀਤਾ ਜਾਵੇ, ਨਾ ਦਿਖਾਇਆ ਜਾਣਾ ਚਾਹੀਦਾ ਹੈ। ਜੱਜ ਜੁੰਡਲੀ ਭਾਈ ਕਰਤਾਰ ਸਿੰਘ ਸਰਾਭਾ ਵਿਰੁੱਧ ਆਪਣੀ ਨਫ਼ਰਤ ਲੁਕੋ ਕੇ ਨਾ ਰੱਖ ਸਕੀ। ਉਸ ਵਿਰੁੱਧ ਆਪਣੇ ਦਿਲ ਦੀ ਭੜਾਸ ਕੱਢਦਿਆਂ ਉਹਨਾਂ ਨੇ ਉਸ ਸ਼ੇਰ ਦਿਲ ਸੂਰਮੇ ਨੂੰ ਮੁਕੰਮਲ ਰੂਪ ਵਿੱਚ ਨਿਰਦਈ ਬਦਮਾਸ਼ ਕਹਿਣ ਤੋਂ ਗੁਰੇਜ਼ ਨਾ ਕੀਤਾ। ਜੱਜਾਂ ਦੀਆਂ ਨਜ਼ਰਾਂ ਵਿੱਚ ਕਰਤਾਰ ਸਿੰਘ ਸਰਾਭਾ ਮਿਸਾਲੀ ਮੁਜਰਮ ਬਣ ਗਿਆ ਸੀ। ਦੂਸਰੇ ਲਾਹੌਰ ਸਾਜ਼ਿਸ਼ ਕੇਸ ਦਾ ਫੈਸਲਾ ਸੁਣਾਉਂਦਿਆਂ ਉਹਨਾਂ ਨੇ ਭਾਈ ਸੱਜਣ ਸਿੰਘ ਨਾਰੰਗਵਾਲ ਦੀ ਤੁਲਨਾ ਕਰਤਾਰ ਸਿੰਘ ਸਰਾਭੇ ਨਾਲ ਕਰਦਿਆਂ ਕਿਹਾ ਸੀ ਕਿ ਸਾਡੀ ਰਾਏ ਵਿੱਚ ਉਹ ਮੁਕੰਮਲ ਬਦਮਾਸ਼ ਹੈ ਜਿਸ ਨੂੰ ਆਪਣੀ ਕੀਤੀ ਉੱਤੇ ਪਛਤਾਵਾ ਨਹੀਂ। ਉਹ ਪੁੱਜ ਕੇ ਖਤਰਨਾਕ ਆਦਮੀ ਹੈ ਜੋ ਮੌਕਾ ਮਿਲਣ ਉੱਤੇ ਇੱਕ ਹੋਰ ਕਰਤਾਰ ਸਿੰਘ ਸਰਾਭਾ ਬਣ ਸਕਦਾ ਹੈ। ਅਦਾਲਤ ਵੱਲੋਂ ਸੁਣਾਏ ਫੈਸਲੇ ਉੱਤੇ ਦੇਸ਼ ਦੇ ਕੁਝ ਵੱਡੇ ਤੇ ਬਾਰਸੂਖ ਵਕੀਲਾਂ ਨੇ ਬਹੁਤ ਸਾਰੇ ਵਜ਼ਨਦਾਰ ਕਾਨੂੰਨੀ ਇਤਰਾਜ਼ ਉਠਾਏ। ਵਾਇਸਰਾਏ ਨੂੰ ਵੀ ਜਾਪਿਆ ਕਿ ਕੁਝ ਵਿਅਕਤੀਆਂ ਜਿਨ੍ਹਾਂ ਨੂੰ ਜਹਾਜ਼ਾਂ ਤੋਂ ਉਤਾਰਦਿਆਂ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ ਅਤੇ ਜਿਸ ਕਰਕੇ ਉਹਨਾਂ ਵਿਰੁੱਧ ਭਾਰਤ ਦੀ ਧਰਤੀ ਉੱਤੇ ਹਕੂਮਤ ਵਿਰੁੱਧ ਕੋਈ ਜੁਰਮ ਕੀਤਾ ਕਾਨੂੰਨਨ ਸਾਬਤ ਨਹੀਂ ਹੁੰਦਾ ਸੀ, ਅਜਿਹੇ ਮੁਜਰਮਾਂ ਦੀ ਸੰਖਿਆ 24 ਸੀ, ਜਿਨ੍ਹਾਂ ਵਿੱਚੋਂ ਇੱਕ ਕਾਲਾ ਸਿੰਘ ਲੋਹਾਰ ਨੂੰ ਮਾਈਕਲ ਉਡਵਾਇਰ ਨੇ ਹੀ ਮਾਫੀ ਦਿੰਦੇ ਹੋਏ ਉਸ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਬਦਲ ਦਿੱਤੀ ਸੀ। ਉਹਨਾਂ ਨੂੰ ਮੌਤ ਦੀ ਸਜ਼ਾ ਦੇਣੀ ਕਾਨੂੰਨੀ ਤੌਰ ਤੇ ਵਾਜਬ ਠਹਿਰਾਉਣੀ ਮੁਸ਼ਕਲ ਹੋ ਜਾਵੇਗੀ। ਨਾਲ ਹੀ ਉਸ ਨੂੰ ਇਹ ਵੀ ਲੱਗਿਆ ਕਿ ਇਸ ਫੈਸਲੇ ਖਿਲਾਫ ਕਿਸੇ ਹੋਰ ਉਚੇਰੀ ਅਦਾਲਤ ਵਿੱਚ ਅਪੀਲ ਕਰਨ ਦੀ ਕੋਈ ਕਾਨੂੰਨੀ ਵਿਵਸਥਾ ਨਹੀਂ ਹੈ। ਇਹ ਸਾਰੇ ਪੱਖ ਸੋਚਣ ਤੋਂ ਬਾਅਦ ਉਸਨੇ ਆਪਣੇ ਹੀ ਪੱਧਰ ਤੇ ਫੈਸਲੇ ਦੀ ਨਜ਼ਰਸਾਨੀ ਕਰਨ ਲਈ ਵਾਇਸਰਾਏ ਦੀ ਕੌਂਸਲ ਦੇ ਕਾਨੂੰਨੀ ਸਲਾਹਕਾਰ ਮੈਂਬਰ ਸਰ ਅਲੀ ਇਮਾਮ ਦੀ ਰਾਏ ਲੈਣੀ ਯੋਗ ਸਮਝੀ। ਅਲੀ ਇਮਾਮ ਨੇ ਮੁਕੱਦਮੇ ਦੇ ਫੈਸਲੇ ਬਾਰੇ ਆਪਣੀ ਰਾਏ ਜ਼ਾਹਰ ਕਰਦਿਆਂ ਜਿੱਥੇ 23 ਮੁਜਰਮਾਂ ਦੀ ਮੌਤ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰ ਦੇਣ ਦੀ ਸਿਫਾਰਿਸ਼ ਕੀਤੀ, ਉੱਥੇ ਨਾਲ ਹੀ ਭਾਈ ਕਰਤਾਰ ਸਿੰਘ ਸਰਾਭਾ ਨੂੰ ਦਿੱਤੀ ਸਜ਼ਾ ਬਾਰੇ ਵੀ ਮਾਮੂਲੀ ਜਿਹਾ ਇਤਰਾਜ਼ ਪ੍ਰਗਟਾਇਆ। ਉਸ ਨੇ ਜੱਜਾਂ ਵੱਲੋਂ ਭਾਈ ਕਰਤਾਰ ਸਿੰਘ ਸਰਾਭਾ ਉੱਤੇ ਲਾਏ ਦੋਸ਼ਾਂ ਨੂੰ ਪੂਰਨ ਰੂਪ ਵਿੱਚ ਠੀਕ ਕਿਹਾ, ਪਰ ਉਸ ਦੀ ਅਲੜ ਉਮਰ ਦਾ ਲਿਹਾਜ਼ ਕਰਦੇ ਹੋਏ ਉਸ ਦੀ ਮੌਤ ਦੀ ਸਜ਼ਾ ਮਨਸੂਖ ਕਰਕੇ ਉਮਰ ਕੈਦ ਵਿੱਚ ਬਦਲਣ ਦੀ ਸਿਫਾਰਿਸ਼ ਕੀਤੀ। ਅਲੀ ਇਮਾਮ ਨੂੰ ਫੈਸਲੇ ਅੰਦਰ ਜੱਜਾਂ ਵੱਲੋਂ ਕਰਤਾਰ ਸਿੰਘ ਸਰਾਭਾ ਬਾਰੇ ਵਰਤੀ ਗਈ ਭਾਸ਼ਾ ਵੀ ਥੋੜੀ ਚੁਭਵੀਂ ਲੱਗੀ। ਖਾਸ ਕਰਕੇ ਸਰਾਭੇ ਨੂੰ ਨਿਰਦਈ ਬਦਮਾਸ਼ ਕਹਿਣਾ ਉਸ ਨੂੰ ਅਦਾਲਤੀ ਮਰਿਆਦਾ ਦੀ ਉਲੰਘਣਾ ਜਾਪਿਆ। ਵਾਇਸਰਾਏ ਲਾਰਡ ਹਾਰਡਿੰਗ ਨੇ ਸਰ ਅਲੀ ਇਮਾਮ ਦੀ ਬਾਕੀ ਸਲਾਹ ਤਾਂ ਇਨ ਬਿਨ ਮੰਨ ਲਈ, ਪਰ ਭਾਈ ਕਰਤਾਰ ਸਿੰਘ ਸਰਾਭਾ ਨੂੰ ਛੋਟ ਦੇਣ ਦੀ ਸਲਾਹ ਉਸ ਨੂੰ ਮੰਨਣ ਯੋਗ ਨਾ ਜਾਪੀ। ਉਸ ਨੇ ਹੋਰ ਵੱਧ ਵਿਚਾਰ ਜਾਣਨ ਲਈ ਕੇਸ ਆਪਣੀ ਸਲਾਹਕਾਰ ਕੌਂਸਲ ਦੇ ਅੱਗੇ ਰੱਖ ਦਿੱਤਾ। ਸਲਾਹਕਾਰ ਕੌਂਸਲ ਦੇ 3 ਅੰਗਰੇਜ਼ ਮੈਂਬਰਾਂ ਨੇ ਜਿੱਥੇ ਕਰਤਾਰ ਸਿੰਘ ਸਰਾਭਾ ਬਾਰੇ ਅਦਾਲਤ ਦੇ ਫੈਸਲੇ ਦੀ ਪੂਰਨ ਪ੍ਰੋੜਤਾ ਕੀਤੀ, ਉੱਥੇ ਇੱਕੋ ਇੱਕ ਭਾਰਤੀ ਮੈਂਬਰ ਮਦਰਾਸ ਪ੍ਰੈਜ਼ੀਡੈਂਸੀ ਦੇ ਸਰ ਸ਼ੰਕਰ ਨਾਇਰ ਨੇ ਸਰ ਅਲੀ ਇਮਾਮ ਦੀ ਸਿਫਾਰਿਸ਼ ਦੀ ਪ੍ਰੋੜਤਾ ਕੀਤੀ। ਵਾਇਸਰਾਏ ਨੇ 14 ਨਵੰਬਰ ਨੂੰ 23 ਜਣਿਆਂ ਵਿੱਚੋਂ 16 ਦੀ ਫਾਂਸੀ ਦੀ ਸਜ਼ਾ ਮੁਆਫ ਕਰਕੇ ਉਮਰ ਕੈਦ ਵਿੱਚ ਤਬਦੀਲ ਕਰਨ ਦਾ ਐਲਾਨ ਕਰ ਦਿੱਤਾ। ਵਾਇਸਰਾਏ ਦਾ ਇਹ ਫੈਸਲਾ ਲਾਹੌਰ ਜੇਲ੍ਹ ਅੰਦਰ ਉਸ ਵਕਤ ਪੁੱਜਾ ਜਦੋਂ ਇਨ੍ਹਾਂ ਕੈਦੀਆਂ ਨੂੰ ਫਾਂਸੀ ਦੇਣ ਲਈ ਇਸ਼ਨਾਨ ਕਰਾਉਣ ਦੀਆਂ ਤਿਆਰੀਆਂ ਹੋ ਰਹੀਆਂ ਸਨ। ਇਸ ਤਰ੍ਹਾਂ ਬਾਕੀ ਦੇ 7 ਮੁਜਰਮਾਂ ਨੂੰ ਉਸੇ ਦਿਨ ਫਾਂਸੀ ਦੇਣ ਦੀ ਬਜਾਏ ਇੱਕ ਦਿਨ ਠਹਿਰ ਕੇ ਅਗਲੇ ਦਿਨ 16 ਨਵੰਬਰ ਨੂੰ ਫਾਂਸੀ ਦੇਣ ਦਾ ਅੰਤਮ ਹੁਕਮ ਸੁਣਾਇਆ ਗਿਆ। ਜਿਨ੍ਹਾਂ ਦੀ ਮੌਤ ਦੀ ਸਜ਼ਾ ਮੁਆਫ ਕਰ ਦਿੱਤੀ ਗਈ ਸੀ, ਉਹਨਾਂ ਨੂੰ ਅਗਲੇ ਹੀ ਦਿਨ 15 ਨਵੰਬਰ ਨੂੰ ਅੰਡੇਮਾਨ ਕਾਲੇ ਪਾਣੀ ਭੇਜ ਦਿੱਤਾ ਗਿਆ ਸੀ। ਕਿਤਾਬ ਤੂਫਾਨਾਂ ਦਾ ਸ਼ਾਹ ਸਵਾਰ ਸ਼ਹੀਦ ਕਰਤਾਰ ਸਿੰਘ ਸਰਾਭਾ, ਲੇਖਕ ਸਰਦਾਰ ਅਜਮੇਰ ਸਿੰਘ, ਭਾਗ 35ਵਾਂ, ਆਵਾਜ਼ ਭਾਈ ਗੁਰਜੰਟ ਸਿੰਘ ਰੂਪੋਵਾਲੀ। ਪੂਰੀ ਕਿਤਾਬ ਸੁਣਨ ਲਈ YouTube ਚੈਨਲ ਗੁਰਜੰਟ ਸਿੰਘ ਰੂਪੋਵਾਲੀ ਸਬਸਕ੍ਰਾਈਬ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।